ਸਤਿ ਸ਼੍ਰੀ ਅਕਾਲ ਜੀ। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਬਹੁਤ ਸਵਾਗਤ ਹੈ ਜੀ। ਆਸ ਕਰਦੇ ਹਾਂ ਕਿ ਤੁਸੀਂ ਤੰਦਰੁਸਤੀ ਵਾਲਾ ਜੀਵਨ ਆਪਦੇ ਘਰ ਦੇ ਵਿੱਚ ਬਤੀਤ ਕਰ ਰਹੇ ਹੋਵੋਗੇ, ਸੋਸ਼ਲ ਡਿਸਟੈਂਸ ਬਣਾ ਕੇ ਰੱਖ ਰਹੇ ਹੋਵੋਗੇ, ਜੋ ਕਿ ਬਹੁਤ ਜ਼ਰੂਰੀ ਆ। ਇੱਕ ਦੋ ਗੱਲਾਂ ਤੁਹਾਡੇ ਨਾਲ ਸੰਬੰਧਿਤ ਜੋ ਸਾਡਾ ਪ੍ਰੋਫੈਸ਼ਨ ਆ ਉਹਦੇ ਨਾਲ ਰਿਲੇਟਡ ਕੁਝ ਮੈਸੇਜਿਸ ਲੋਕਾਂ ਤੱਕ ਡਿਲੀਵਰ ਕਰਨੇ, ਆਪ ਸਭ ਤੱਕ ਡਿਲੀਵਰ ਕਰਨਾ ਜ਼ਰੂਰੀ ਸਮਝਿਆ। ਸੋ ਲਾਈਵ ਹੋਇਆ ਜੀ ਤੁਹਾਡੇ ਨਾਲ। ਸਭ ਤੋਂ ਪਹਿਲਾਂ ਤਾਂ ਜੋ ਰੈਗੂਲਰ ਰੂਟੀਨ ਦੇ ਵਿੱਚ ਮੈਸੇਜ ਮੇਰੇ ਕੋਲ ਆ ਰਹੇ ਨੇ ਉਹਦੇ ਵਿੱਚ ਇਹ ਹੈ ਕਿ ਸਰ ਕੁਝ ਕੰਪਨੀਜ਼ ਨੇ ਔਨਲਾਈਨ ਪਲੈਟਫਾਰਮ ਰੈਡੀ ਕੀਤੇ ਨੇ, ਕੀ ਸਾਨੂੰ ਉਹ ਸਿਸਟਮ ਥਰੂ ਆਪਦੇ ਕੇਸ ਪ੍ਰੋਸੈਸ ਕਰਨੇ ਚਾਹੀਦੇ ਨੇ। ਦੇਖੋ, ਹਰ ਕੰਪਨੀ ਦਾ ਆਪਦਾ ਰੂਲ, ਆਪਦਾ ਕੰਮ ਕਰਨ ਦਾ ਤਰੀਕਾ, ਆਪਦਾ ਕੰਮ ਕਰਨ ਦਾ ਵੇ ਆਊਟ ਆ। ਸੋ ਮੈਂ ਕਿਸੇ ਨੂੰ ਨਹੀਂ ਇਹ ਕਹਿ ਸਕਦਾ ਕਿ ਕੋਈ ਗਲਤ ਕਰ ਰਿਹਾ, ਕੋਈ ਸਹੀ ਕਰ ਰਿਹਾ, ਪਰ ਜਿੰਨਾ ਕੁ ਮੈਨੂੰ ਨੌਲੇਜ ਆ, ਜੋ ਮੈਂ ਤੁਹਾਨੂੰ ਦੱਸ ਸਕਦਾ ਉਸ ਮੁਤਾਬਕ ਮੇਰੇ ਹਿਸਾਬ ਦੇ ਨਾਲ ਜੋ ਅੱਜ ਦਾ ਸਮਾਂ ਚੱਲ ਰਿਹਾ ਉਹ ਇਹ ਆ ਕਿ ਤੁਸੀਂ ਆਪਦੇ ਘਰ ਦੇ ਵਿੱਚ ਬੈਠੋ ਆਰਾਮ ਦੇ ਨਾਲ, ਹੋਰ ਸਾਰੀਆਂ ਗੱਲਾਂ ਨੂੰ ਛੱਡੋ। ਆਪਾਂ ਸਭ ਤੋਂ ਪਹਿਲਾਂ ਜੋ ਇਹ ਮਹਾਂਮਾਰੀ ਚੱਲ ਰਹੀ ਆ ਇਹਦੇ ਨਾਲ ਆਪਾਂ ਇਹ ਤੋਂ ਛੁਟਕਾਰਾ ਪਾਈਏ। ਉਹਨਾਂ ਜਿਹੜਾ ਟਾਈਮ ਆ ਇਹਨੂੰ ਯੂਟੀਲਾਈਜ਼ ਕਰੋ। ਜਿਹੜਾ ਤੁਸੀਂ ਘਰੇ ਬੈਠੇ ਹੋ, ਫ੍ਰੀ ਟਾਈਮ ਆ ਤੁਹਾਡੇ ਕੋਲ, ਜਿਹੜੀ ਵੀ ਤੁਹਾਡੀ ਡਰੀਮ ਕੰਟਰੀ ਆ ਜਾਂ ਤੁਹਾਡਾ ਜੋ ਤੁਹਾਡਾ ਸੁਪਨਾ ਆ, ਉਹਦੇ ਉੱਤੇ ਅੱਜ ਸੈਲਫ ਐਨਾਲਿਸਿਸ, ਸੈਲਫ ਵਰਕਆਊਟ ਕਰਨ ਦਾ ਸਮਾਂ ਆ। ਤੁਹਾਡੇ ਕੋਲ ਟਾਈਮ ਆ, ਵੱਧ ਤੋਂ ਵੱਧ ਸਮਾਂ ਆਪਦੇ ਕੋਰਸਿਸ, ਆਪਦੇ ਕਾਲਜਿਸ, ਪ੍ਰੋਵਿੰਸ ਨੂੰ ਵਰਕਆਊਟ ਉਹਦੇ ਉੱਤੇ ਪੜ੍ਹੋ ਉਹਨਾਂ ਬਾਰੇ, ਤਾਂ ਜੋ ਤੁਹਾਡੇ ਕੋਲ ਪ੍ਰੋਪਰ ਐਕੂਰੇਟ ਇਨਫੋਰਮੇਸ਼ਨ ਹੋਵੇ ਆਪਦਾ ਕੇਸ ਅਪਲਾਈ ਕਰਨ ਤੋਂ ਪਹਿਲਾਂ। ਦੂਸਰੀ ਜਿਹੜੀ ਗੱਲ, ਮੈਂ ਕਿਉਂ ਇਸ ਚੀਜ਼ ਨੂੰ ਰੋਕ ਰਿਹਾ ਤੁਹਾਨੂੰ ਸਭ ਨੂੰ ਕਿ ਤੁਸੀਂ ਔਨਲਾਈਨ ਪ੍ਰੋਸੈਸ ਦੇ ਵਿੱਚ ਨਾ ਪਾਓ, ਉਹ ਇਸ ਕਰਕੇ ਰੋਕ ਰਿਹਾ ਕਿ ਦੋਸਤੋ ਦੇਖੋ, ਕਰਫਿਊ ਆਪਣੇ ਤਾਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤਾਂ ਕਰਫਿਊ ਵਾਲਾ ਸਿਸਟਮ ਆ ਕਿ ਤੁਸੀਂ ਬਾਹਰ ਵੀ ਨਹੀਂ ਨਿਕਲ ਸਕਦੇ। ਜੋ ਡਾਕੂਮੈਂਟੇਸ਼ਨ ਰੈਡੀ ਕਰਨੀ ਆ, ਜਿਹਦੇ ਵਿੱਚ ਮੈਕਸਿਮਮ ਡਾਕੂਮੈਂਟਸ ਅਸੀਂ ਕਚਹਿਰੀਆਂ ਤੋਂ ਰੈਡੀ ਕਰਵਾਉਣੇ ਹੁੰਦੇ ਨੇ। ਜੇ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਦੇ ਹੋ, ਵਿਜ਼ਿਟਰ ਵੀਜ਼ਾਜ਼ ਅਪਲਾਈ ਕਰਦੇ ਹੋ, ਤਾਂ ਜੇ ਤੁਸੀਂ ਸਟੂਡੈਂਟਸ ਦੀ ਗੱਲ ਕਰਦੇ ਹੋ, ਤੁਸੀਂ ਆਪਦੀ ਫੀ ਟਰਾਂਸਫਰ ਕਰਨੀ ਆ, ਜਿਹਦੇ ਲਈ ਤੁਸੀਂ ਬੈਂਕ ਜਾਣਾ ਪੈਂਦਾ, ਤੁਹਾਨੂੰ ਹੋਰ ਕਈ ਚੀਜ਼ਾਂ ਤੁਸੀਂ ਇਕੱਠੀਆਂ ਕਰਨੀਆਂ ਹੁੰਦੀਆਂ ਤਾਂ ਜੋ ਤੁਸੀਂ ਆਪਦੇ ਪ੍ਰੋਸੈਸ ਨੂੰ ਨੇਪਰੇ ਚਾੜ੍ਹ ਸਕੋ। ਉਹ ਸਾਰੀਆਂ ਚੀਜ਼ਾਂ ਬਾਹਰ ਨਿਕਲ ਕੇ ਹੀ ਪੋਸੀਬਲ ਹੋ ਸਕਦੀਆਂ ਨੇ, ਅਤੇ ਬਾਹਰ ਨਿਕਲਣ ਦੀ ਮਨਾਹੀ ਆ। ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹ ਕੋਈ ਸਿਆਣਪ ਵਾਲੀ ਗੱਲ ਆ ਕਿ ਜੇ ਤੁਸੀਂ ਹੁਣ ਇਹਨਾਂ ਚੀਜ਼ਾਂ ਬਾਰੇ ਸੋਚੋ। ਹਜੇ ਮੇਰਾ ਤੁਹਾਨੂੰ ਆਪ ਸਭ ਨੂੰ ਇਹੀ ਸੁਝਾਅ ਕਿ ਜਿੰਨਾ ਟਾਈਮ ਲੋਕਡਾਊਨ ਨਹੀਂ ਖੁੱਲ੍ਹਦਾ, ਜਿੰਨਾ ਟਾਈਮ ਗੌਰਮੈਂਟ ਤੁਹਾਨੂੰ ਰਿਲੈਕਸ ਨਹੀਂ ਕਰਦੀ, ਰਿਲੈਕਸੇਸ਼ਨ ਨਹੀਂ ਦਿੰਦੀ ਕਿ ਤੁਸੀਂ ਆਪਦਾ ਵਰਕਆਊਟ ਅੱਗੇ ਜਾ ਕੇ ਕਰ ਸਕਦੇ ਹੋ ਜਾਂ ਬਾਹਰ ਨਿਕਲ ਕੇ ਤੁਸੀਂ ਆਪਦੇ ਕੇਸ ਦੇ ਉੱਤੇ ਵਰਕਆਊਟ ਕਰ ਸਕਦੇ ਹੋ, ਉਹਨਾਂ ਟਾਈਮ ਦੇ ਲਈ ਘਰੇ ਬੈਠੋ, ਸੁਰੱਖਿਅਤ ਬੈਠੋ, ਆਪਦੇ ਘਰ ਦੇ ਵਿੱਚ ਰਹੋ, ਆਪਦੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ। ਅਤੇ ਜੋ ਤੁਸੀਂ ਆਪਦਾ ਸੁਪਨਾ ਲੈ ਕੇ ਚੱਲੇ ਹੋ, ਜੋ ਤੁਸੀਂ ਆਪਦਾ ਡਰੀਮ ਲੈ ਕੇ ਚੱਲੇ ਹੋ ਕਿ ਅਸੀਂ ਸਾਰਾ ਕੁਛ ਨੋਰਮਲ ਹੋਣ ਤੋਂ ਬਾਅਦ ਅਸੀਂ ਆਹ ਕਰਨਾ ਆ, ਉਹਦੇ ਉੱਤੇ ਹੁਣ ਸੈਲਫ ਸਟੱਡੀ ਕਰੋ। ਇਹ ਸਮਾਂ ਤੁਹਾਡੇ ਕੋਲੇ, ਟਾਈਮ ਆ ਤੁਹਾਡੇ ਕੋਲੇ, ਉਹਦੇ ਉੱਤੇ ਵਰਕਆਊਟ ਕਰੋ ਪਲੀਜ਼। ਸੋ ਮੇਰੇ ਹਿਸਾਬ ਦੇ ਨਾਲ ਬਾਕੀ ਜੋ ਜਿਨ੍ਹਾਂ ਨੇ ਆਪਦੇ ਉਹ ਪਲੈਟਫਾਰਮ ਰੈਡੀ ਕੀਤੇ ਨੇ, ਜਿਹੜੀਆਂ ਕੰਪਨੀਜ਼ ਨੇ, ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਥਰੂ ਅਪਲਾਈ ਕਰ ਸਕਦੇ ਹੋ। ਪਰ ਅਸੀਂ ਹਲੇ ਇਹੋ ਜਿਹਾ ਕੁਛ ਨਹੀਂ, ਇਹੋ ਜਿਹੀ ਕੋਈ ਵੀ ਸਾਡੇ ਕੋਲੇ ਸੇਵਾ ਜਾਂ ਸਰਵਿਸਿਜ਼ ਅਸੀਂ ਨਹੀਂ ਦੇ ਰਹੇ ਔਨਲਾਈਨ ਜੇ ਤੁਸੀਂ ਕੇਸ ਅਪਲਾਈ ਕਰਨੇ ਨੇ, ਕਿਉਂਕਿ ਮੇਰੇ ਹਿਸਾਬ ਦੇ ਨਾਲ ਹਜੇ ਕੋਈ ਪੋਸੀਬਿਲਿਟੀ ਵੀ ਨਹੀਂ ਆ, ਕਿਉਂਕਿ ਮਈ ਸੈਸ਼ਨ ਆ ਆਲਮੋਸਟ ਸਸਪੈਂਡ ਹੋ ਚੁੱਕੇ ਨੇ ਅਤੇ ਸਪਟੰਬਰ ਸੈਸ਼ਨ ਬਾਰੇ ਹਜੇ ਕੁਝ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਹਾਲਾਤ ਦੱਸਣਗੇ, ਕੰਟਰੀਜ਼ ਦੇ ਹਾਲਾਤ ਦੱਸਣਗੇ, ਇੰਡੀਆ ਦੇ ਜਾਂ ਕੈਨੇਡਾ ਦੇ ਹਾਲਾਤ ਦੱਸਣਗੇ ਕਿ ਕਿਸ ਤਰੀਕੇ ਦੇ ਹਾਲਾਤ ਬਣ ਜਾ ਰਹੇ ਨੇ ਅੱਗੇ। ਉਹ ਉੱਥੋਂ ਸਾਨੂੰ ਪਤਾ ਲੱਗੂਗਾ ਕਿ ਅਸੀਂ ਟਰੈਵਲ ਕਰ ਵੀ ਸਕਾਂਗੇ ਸਪਟੰਬਰ ਸੈਸ਼ਨ ਲਈ। ਜੇ ਵੀਜ਼ਾਜ਼ ਵੀ ਸਟੈਂਪ ਹੋ ਜਾਣਗੇ ਤਾਂ ਫਿਰ ਟਰੈਵਲ ਤਾਂ ਅਸੀਂ ਜਹਾਜ਼ਾਂ ਰਾਹੀਂ ਹੀ ਕਰਨਾ ਆ, ਅਤੇ ਫਲਾਈਟਸ ਅਜੇ ਆਲਮੋਸਟ ਸਾਰੀਆਂ ਕੈਂਸਲ ਨੇ, ਕੋਈ ਵੀ ਫਲਾਈਟ ਨਹੀਂ ਉੱਡ ਰਹੀ ਹਜੇ। ਤਾਂ ਜਿਹੜੇ ਕੈਨੇਡਾ ਸਿਟੀਜ਼ਨ ਇੰਡੀਆ, ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬੈਠੇ ਨੇ, ਉਹਨਾਂ ਦਾ ਵੈਕੂਏਸ਼ਨ ਪਲਾਨ ਨਹੀਂ ਗੌਰਮੈਂਟ ਕੋਈ ਬਣਾ ਸਕੀ, ਕੈਨੇਡੀਅਨ ਗੌਰਮੈਂਟ। ਸੋ ਜਿਹੜੇ ਟੈਂਪਰੇਰੀ ਵੀਜ਼ਾਜ਼ ਵਾਲਿਆਂ ਲਈ ਤਾਂ ਹਜੇ ਮੇਰੇ ਹਿਸਾਬ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਪੋਸੀਬਿਲਿਟੀ ਹੋਊਗੀ। ਸੋ ਦੋਸਤੋ, ਮੇਰੀ ਇਹ ਗੁਜ਼ਾਰਿਸ਼ ਆ ਤੁਹਾਨੂੰ ਕਿ ਜਿਹੜਾ ਇਹ ਟਾਈਮ ਆ ਇਹਨੂੰ ਪੋਜ਼ੀਟਿਵਲੀ ਯੂਟੀਲਾਈਜ਼ ਕਰੋ। ਵੱਧ ਤੋਂ ਵੱਧ ਸਮਾਂ ਜਿਹੜਾ ਹੈਗਾ ਆਪਦੀ ਫੈਮਿਲੀ ਨਾਲ ਸਪੈਂਡ ਕਰੋ, ਆਪਦੇ ਗੋਲ ਦੇ ਉੱਤੇ ਵਰਕਆਊਟ ਕਰੋ ਘਰੇ ਬੈਠ ਕੇ। ਵੱਧ ਤੋਂ ਵੱਧ ਸਮਾਂ ਜਿਹੜਾ ਹੈਗਾ ਆਪਦੀ ਸੈਲਫ ਸਟੱਡੀਜ਼ ਵੱਲ ਧਿਆਨ ਦਿਓ। ਦੂਸਰੀ ਜਿਹੜੀ ਇਨਫੋਰਮੇਸ਼ਨ ਮੈਂ ਪ੍ਰੋਵਾਈਡ ਕਰਨੀ ਚਾਹੁੰਦਾ ਹੈ ਕਿ CIC ਨੇ ਲੇਟੈਸਟ ਅਪਡੇਸ਼ਨ ਦਿੱਤੀ ਆ ਕਿ ਜਿਹੜੀਆਂ ਫਾਈਲਸ ਆਲਰੇਡੀ ਇਨ ਪ੍ਰੋਸੈਸ ਚੱਲ ਰਹੀਆਂ ਨੇ, ਚਾਹੇ ਉਹ ਕੈਨੇਡੀਅਨ ਹਾਈ ਕਮਿਸ਼ਨ ਇੰਡੀਆ ਦੇ ਵਿੱਚ ਨੇ ਜਾਂ CIC ਜਿਨ੍ਹਾਂ ਨੇ ਕੇਸ ਇਨਸਾਈਡ ਕੈਨੇਡਾ, ਮਤਲਬ ਕਿ ਜਿਹੜੇ ਸਟੂਡੈਂਟ ਇਨਸਾਈਡ ਕੈਨੇਡਾ ਪੜ੍ਹ ਰਹੇ ਸੀ, ਜਿਨ੍ਹਾਂ ਨੇ ਆਪਦਾ ਕੇਸ ਵਰਕ ਪਰਮਿਟ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਲਈ ਪਾਏ ਹੋਏ ਸੀ ਜਾਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਲਈ ਪਾਈਆਂ ਹੋਈਆਂ ਸੀ ਫਾਈਲਸ, ਉਹਨਾਂ ਸਾਰਿਆਂ ਦੀ ਫਾਈਲਸ ਦਾ ਜਿਹੜਾ ਪਹਿਲਾਂ ਦੱਸਿਆ ਗਿਆ ਪ੍ਰੋਸੈਸਿੰਗ ਟਾਈਮ ਸੀ, ਉਹ ਥੋੜ੍ਹਾ ਬਹੁਤਾ ਐਕਸਟੈਂਡ ਹੋ ਸਕਦਾ ਆ।
ਦੂਸਰੀ ਜਿਹੜੀ ਚੀਜ਼ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਜੇ ਕਿਸੇ ਬੱਚੇ ਦੀ ਡਾਕੂਮੈਂਟੇਸ਼ਨ ਦੀ ਲੈਕ ਆਫ ਡਾਕੂਮੈਂਟੇਸ਼ਨ ਕਰਕੇ ਜਾਂ ਕਿਸੇ ਜਿਵੇਂ ਮੈਂ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਕਿ ਚੈੱਕਸ ਪੈਂਡਿੰਗ ਨੇ, ਕਿਸੇ ਸਬ ਕਲਾਸ 0AB ਦੀ ਜੌਬ ਚਾਹੀਦੀ ਹੁੰਦੀ ਆ, ਤੁਸੀਂ ਆਪਦੇ ਵਰਕ ਪਰਮਿਟ ਐਕਸਟੈਂਸ਼ਨ ਓਪਨ ਵਰਕ ਪਰਮਿਟ ਐਕਸਟੈਂਸ਼ਨ ਦੇ ਲਈ ਤੁਸੀਂ ਜੋ ਪਾਉਣੀ ਸੀ ਚੈੱਕ ਨਹੀਂ ਤੁਸੀਂ ਭੇਜ ਸਕੇ, 2 ਚੈੱਕ ਹੀ ਭੇਜੇ ਸੀ, ਇੱਕ ਰਹਿੰਦਾ ਆ, ਉਸ ਚੀਜ਼ ਨੂੰ ਆਧਾਰ ਬਣਾ ਕੇ ਡਾਕੂਮੈਂਟੇਸ਼ਨਸ ਨੂੰ ਆਧਾਰ ਬਣਾ ਕੇ ਹਲੇ ਕੇਸ ਰਿਫਿਊਜ਼ ਨਹੀਂ ਕੀਤੇ ਜਾਣਗੇ। ਕੈਨੇਡੀਅਨ ਗਵਰਨਮੈਂਟ CIC ਦੀ ਇਹ ਅਪਡੇਸ਼ਨ ਆ ਲੇਟੈਸਟ। ਬਟ ਜੋ ਕੇਸ ਇਨ ਪ੍ਰੋਸੈਸ ਨੇ ਉਹਨਾਂ ਦਾ ਜਿਹੜਾ ਸਮਾਂ, ਜੋ ਪ੍ਰੋਸੈਸਿੰਗ ਟਾਈਮ ਆ ਉਹ ਜ਼ਰੂਰ ਥੋੜ੍ਹਾ ਜਿਹਾ ਐਕਸਟੈਂਡ ਹੋਊਗਾ। ਸੋ ਇਹ ਮੈਂ ਜਿਨ੍ਹਾਂ ਦੀਆਂ ਫਾਈਲ ਐਮਬੈਸੀ ਵਿੱਚ ਨੇ ਉਹਨਾਂ ਦੇ ਬਾਰੇ ਦੱਸੋ, ਉਹੀ ਦੱਸ ਰਿਹਾ ਧਾਲੀਵਾਲ ਯੂਥ ਕਿ ਜਿਨ੍ਹਾਂ ਦੀਆਂ ਫਾਈਲ ਇਨ ਪ੍ਰੋਸੈਸ ਨੇ ਉਹ ਵੇਟ ਕਰਨ, ਸਮਾਂ ਲੱਗ ਸਕਦਾ ਆ। ਬਟ ਜਿਹੜੇ ਰਿਜ਼ਲਟਸ ਨੇ ਉਹ ਕਰੋਨਾ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਦਿੱਤੇ ਜਾਣਗੇ, ਪ੍ਰੋਫਾਈਲਸ ਨੂੰ ਧਿਆਨ ਦੇ ਵਿੱਚ ਦੇਖ ਕੇ ਰੱਖ ਕੇ ਦਿੱਤੇ ਜਾਣਗੇ। CIC ਇਹ ਵੀ ਕਹਿ ਰਹੀ ਆ ਕਿ ਪ੍ਰੋਸੈਸਿੰਗ ਟਾਈਮ ਜ਼ਰੂਰ ਐਕਸਟੈਂਡ ਹੋ ਸਕਦਾ, ਬਟ ਅਸੀਂ ਜੇ ਡਾਕੂਮੈਂਟਸ ਤੁਸੀਂ ਸਾਨੂੰ, ਜੇ ਅਸੀਂ ਤੁਹਾਡੇ ਤੋਂ ਕੁਝ ਐਡੀਸ਼ਨਲ ਡਾਕੂਮੈਂਟਸ ਮੰਗੇ ਨੇ, ਜਿਵੇਂ ਮੰਨ ਲਓ ਕਿਸੇ ਨੂੰ ਈਮੇਲ ਆਈ ਕਿ ਐਡੀਸ਼ਨਲ ਡਾਕੂਮੈਂਟ ਰਿਕੁਆਇਰਡ ਨੇ, ਬਟ ਤੁਸੀਂ ਕਰਫਿਊ ਕਰਕੇ ਜਾਂ ਘਰੇ ਬੈਠੇ ਹੋਣ ਕਰਕੇ ਤੁਸੀਂ ਉਹ ਡਾਕੂਮੈਂਟਸ ਨਹੀਂ ਪ੍ਰੋਵਾਈਡ ਕਰ ਸਕੇ, ਤਾਂ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਹਾਡੇ ਕੇਸ ਰਿਫਿਊਜ਼ ਨਹੀਂ ਕੀਤੇ ਜਾਣਗੇ। ਹਾਲੇ ਐਮਬੈਸੀ ਉਸ ਚੀਜ਼ ਉੱਤੇ ਵਰਕਆਊਟ ਕਰੂਗੀ, ਥੋੜ੍ਹਾ ਤੁਹਾਨੂੰ ਟਾਈਮ ਦਊਗੀ। ਅੰਬੈਸੀਜ਼ ਓਪਨ ਨੇ, ਮੈਨੂੰ ਇੱਕ ਕੁਐਸਚਨ ਆ ਰਿਹਾ ਕਿ ਅੰਬੈਸੀਜ਼ ਕਲੋਜ਼ ਹੋ ਚੁੱਕੀਆਂ, ਨਹੀਂ ਜੀ ਅੰਬੈਸੀਜ਼ ਓਪਨ ਨੇ, ਬਟ ਮੇਰੇ ਹਿਸਾਬ ਦੇ ਨਾਲ ਉੱਥੋਂ ਜਿਹੜੇ ਇੰਡੀਅਨ ਜੇ ਦਿੱਲੀ ਹਾਈ ਕਮਿਸ਼ਨ ਕੈਨੇਡਾ ਦੀ ਗੱਲ ਕੀਤੀ ਜਾਵੇ, ਕੈਨੇਡਾ ਹਾਈ ਕਮਿਸ਼ਨ ਦਿੱਲੀ, ਕੈਨੇਡਾ ਹਾਈ ਕਮਿਸ਼ਨ ਦਿੱਲੀ ਦੀ ਗੱਲ ਕੀਤੀ ਜਾਵੇ, ਤਾਂ ਜਿਹੜੇ ਉੱਥੋਂ ਦੇ ਇਮੀਗ੍ਰੈਂਟਸ ਆਫਿਸਰਸ ਉੱਥੇ ਲੱਗੇ ਹੋਏ ਸੀ, ਕੈਨੇਡੀਅਨ ਇਮੀਗ੍ਰੈਂਟ ਆਫਿਸਰਸ ਜਿਹੜੇ ਦਿੱਲੀ ਕੰਮ ਕਰ ਰਹੇ ਸੀ, ਉਹ ਸ਼ਾਇਦ ਵਾਪਸ ਜਾ ਚੁੱਕੇ ਨੇ ਆਪਦੀਆਂ ਕੰਟਰੀਜ਼ ਦੇ ਵਿੱਚ। ਉੱਥੇ ਐਮਪਲੋਈਜ਼ ਦੀ ਘਾਟ ਹੋਣ ਕਰਕੇ ਜਾਂ ਕੰਮ ਕਰਨ ਵਾਲੇ ਲੋਕਾਂ ਦੀ ਘਾਟ ਹੋਣ ਕਰਕੇ ਥੋੜ੍ਹਾ ਜਿਹਾ ਜਿਹੜਾ ਸਮਾਂ ਜ਼ਿਆਦਾ ਲੱਗੂਗਾ, ਬਟ ਘਬਰਾਉਣ ਦੀ ਲੋੜ ਨਹੀਂ ਹੈ, ਜਲਦੀ ਹੀ ਸਾਰਾ ਕੁਝ ਔਨ ਟਰੈਕ ਆ ਜਾਊਗਾ। ਬਾਕੀ ਜੋ ਵੀ ਅਪਡੇਸ਼ਨ ਮੈਨੂੰ ਮਿਲਦੀ ਰਹੂਗੀ CIC ਵੱਲੋਂ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ। ਬਟ ਜੋ ਔਨਲਾਈਨ ਪਲੈਟਫਾਰਮਸ ਵਾਲੀ ਗੱਲ ਆ ਉਹ ਮੈਂ ਇਹੀ ਕਹੂੰਗਾ ਕਿ ਥੋੜ੍ਹਾ ਟਾਈਮ ਜ਼ਰੂਰ ਹਜੇ ਵੇਟ ਕਰ ਲਓ ਪਲੀਜ਼, ਜਲਦਬਾਜ਼ੀ ਨਾ ਕਰੋ। ਕੈਨੇਡਾ ਆਸਟ੍ਰੇਲੀਆ ਕਿਤੇ ਭੱਜ ਕੇ ਨਹੀਂ ਚੱਲੇ, ਹਲੇ ਤਾਂ ਸਾਰੀ ਦੁਨੀਆ ਇੱਕ ਪਰਟੀਕੂਲਰ ਪ੍ਰੋਬਲਮ ਦੇ ਵਿੱਚੋਂ ਲੰਘ ਰਹੀ ਆ। ਉਸ ਪ੍ਰੋਬਲਮ ਦੌਰਾਨ ਤੁਸੀਂ ਘਰੇ ਬੈਠ ਕੇ ਵੱਧ ਤੋਂ ਵੱਧ ਸਮਾਂ ਆਪਦੀ ਫੈਮਿਲੀ ਨੂੰ ਦਈਏ, ਆਪਦੀ ਸੈਲਫ ਸਟੱਡੀਜ਼ ਨੂੰ ਦਈਏ, ਸੈਲਫ ਐਨਾਲਿਸਿਸ ਨੂੰ ਦਈਏ, ਤਾਂ ਜੋ ਜਦੋਂ ਸਾਰਾ ਕੁਝ ਨੋਰਮਲ ਹੋਵੇ ਤਾਂ ਤੁਸੀਂ ਵਧੀਆ ਤਰੀਕੇ ਦੀ ਇਨਫੋਰਮੇਸ਼ਨ ਤੁਹਾਡੇ ਕੋਲੇ ਆਪਦੇ ਕੋਲੇ ਹੋਵੇ, ਤੁਸੀਂ ਸਾਨੂੰ ਸੁਝਾਅ ਦੇ ਸਕੋ ਕਿ ਕਿਹੋ ਜਿਹਾ ਕਾਲਜ, ਕਿਹੋ ਜਿਹਾ ਕੋਰਸ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਜੋ ਤੁਹਾਡਾ ਅੱਗੇ ਵਾਲਾ ਜਿਹੜਾ ਆਉਣ ਵਾਲਾ ਜੀਵਨ ਆ ਉਹ ਵਧੀਆ ਉੱਥੇ ਜਾ ਕੇ ਤੁਸੀਂ ਗੁਜ਼ਾਰ ਸਕੋ, ਤੁਸੀਂ ਆਪਦੇ ਗੋਲਸ ਨੂੰ ਅਚੀਵ ਕਰ ਸਕੋ ਟਾਈਮ ਲਈ। ਸੋ ਇੰਨਾ ਕਹਿੰਦਾ ਹੋਇਆ ਸਪਟੰਬਰ ਇਨਟੇਕ ਲਈ GIC ਭਰ ਦਈਏ। ਪੂਨਮ ਤੁਸੀਂ ਭਰ ਸਕਦੇ ਹੋ, ਕੋਈ ਇਹਦੇ ਵਿੱਚ ਐਡੀ ਪ੍ਰੋਬਲਮ ਵਾਲੀ ਗੱਲ ਨਹੀਂ। GIC ਫੀਸ ਜੇ ਤੁਹਾਡੇ ਕੋਲ ਟਾਈਮ ਹੈਗਾ ਅਤੇ ਤੁਹਾਨੂੰ ਪੋਸੀਬਲ ਲੱਗਦਾ ਹੈ ਕਿ ਤੁਸੀਂ ਭਰ ਸਕਦੇ ਹੋ ਤਾਂ ਭਰ ਦਿਓ। ਬਟ ਜਿਵੇਂ ਮੇਨ ਟੇਕ ਹਾਲੇ ਉਹਨਾਂ ਨੇ ਕੈਂਸਲ ਕਰਤਾ ਮੋਸਟ ਆਫ ਦਾ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ, ਮੈਂ ਸਪਟੰਬਰ ਸੈਸ਼ਨ ਬਾਰੇ ਕੁਛ ਵੀ ਖੁੱਲ੍ਹ ਕੇ ਨਹੀਂ ਦੱਸ ਸਕਦਾ ਕਿ ਉਹ ਚੱਲੂਗਾ ਕਿ ਨਹੀਂ ਚੱਲੂਗਾ। ਕਾਰਨ ਉਹਦੇ ਪਿੱਛੇ 2-3 ਨੇ ਕਿ ਆਉਣ ਵਾਲੇ ਦਿਨ, ਜਿਵੇਂ ਹੁਣ ਸਾਨੂੰ ਗੌਰਮੈਂਟ ਕਹਿ ਰਹੀ ਹੈ ਕਿ 14 ਤੋਂ ਬਾਅਦ ਲੋਕਡਾਊਨ ਖੁੱਲੂਗਾ, ਬਟ ਉਹਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਕਾਲਜ 100% ਹੀ ਖੁੱਲੂਗਾ। ਆਉਣ ਵਾਲੇ ਦਿਨਾਂ ਦੇ ਹਾਲਾਤ, ਕੈਨੇਡਾ ਦੇ ਅਤੇ ਇੰਡੀਆ ਦੇ ਹਾਲਾਤ ਆਉਣ ਵਾਲੇ ਜੋ ਦਿਨਾਂ ਦੇ ਹੋਣਗੇ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਾਂਗੇ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਜਿਹੜੇ ਸੈਸ਼ਨਸ ਹੋਣਗੇ ਕੈਨੇਡਾ ਦੇ ਵਿੱਚ ਕਾਲਜਸ ਦੇ ਉਹ ਚੱਲਣਗੇ ਕਿ ਨਹੀਂ ਚੱਲਣਗੇ। ਕਿਉਂਕਿ ਜੇ ਸਟੂਡੈਂਟਸ ਹੁਣ ਟਰੈਵਲ ਹੀ ਨਹੀਂ ਕਰ ਪਾ ਰਹੇ, ਏਅਰਲਾਈਨਸ ਹੀ ਨਹੀਂ ਚੱਲਣਗੀਆਂ, ਰਿਜ਼ਲਟਸ ਆਉਣ ਦੇ ਬਾਵਜੂਦ ਵੀ ਸਾਨੂੰ ਵੇਟ ਹੀ ਕਰਨੀ ਪਊਗੀ। ਜੇ ਹੁਣ ਮੇਨ ਇਨਟੇਕ ਵਾਲੇ ਜਿਹੜੇ ਮੈਕਸੀਮਮ ਸਟੂਡੈਂਟਸ ਮੇਨ ਇਨਟੇਕ ਦੇ ਵੀਜ਼ਾ ਸਟੈਂਪ ਕਰਵਾ ਕੇ ਬੈਠੇ, ਉਹਨਾਂ ਦੀਆਂ ਸਾਰਿਆਂ ਨੂੰ ਐਕਸਟੈਂਸ਼ਨਸ ਡੈਫਰ ਆਫਰ ਲੈਟਰਸ ਮਿਲ ਰਹੀਆਂ ਨੇ ਸਪਟੰਬਰ ਸੈਸ਼ਨ ਦੀਆਂ। ਜੇ ਉਹ ਸਪਟੰਬਰ ਸੈਸ਼ਨ 'ਚ ਵਾਹਿਗੁਰੂ ਕਰੇ ਕਿ ਸਾਰਾ ਕੁਝ ਨੋਰਮਲ ਹੋ ਜੇ ਅਤੇ ਸਪਟੰਬਰ ਸੈਸ਼ਨ ਲਈ ਫਲਾਈ ਕਰ ਸਕਣ ਤਾਂ ਸਪਟੰਬਰ ਸੈਸ਼ਨ ਚੱਲੂਗਾ। ਜੇ ਨਹੀਂ ਹਾਲਾਤ ਸੁਖਾਵੇਂ ਹੁੰਦੇ ਜਾਂ ਗੌਰਮੈਂਟ ਹਜੇ ਬਾਰਡਰਸ ਓਪਨ ਨਹੀਂ ਕਰਦੀਆਂ ਤਾਂ ਫਿਰ ਤਾਂ ਮੁਸ਼ਕਲ ਹੋ ਸਕਦਾ ਆ। ਅੰਬੈਸੀਜ਼ ਅਵਨੀਤ ਵੜੈਚ ਅੱਜ ਵੀ ਕੰਮ ਕਰ ਰਹੀਆਂ ਨੇ ਅੰਬੈਸੀਜ਼, ਬਟ ਸਲੋ ਡਾਊਨ ਨਾ ਕੰਮ। ਮੇਰੀ ਗੱਲ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਲੈਕ ਆਫ ਇੰਪਲੋਈਜ਼, ਘੱਟ ਲੋਕਾਂ ਦਾ ਹੋਣਾ, ਜ਼ਿਆਦਾਤਰ ਲੋਕ ਆਪਦੇ ਘਰਾਂ ਦੇ ਵਿੱਚ ਬੈਠੇ ਨੇ, ਸਿਰਫ ਓਨੇ ਕੁ ਹੀ ਲੋਕ ਕੰਮ ਕਰ ਰਹੇ ਨੇ ਜਿਨ੍ਹਾਂ ਵਿੱਚ ਬਿਲਕੁਲ ਨਹੀਂ ਸਰ ਰਿਹਾ, ਜਿਨ੍ਹਾਂ ਬਿਨਾਂ ਬਿਲਕੁਲ ਨਹੀਂ ਸਰਨਾ। ਤਾਂ ਕਰਕੇ ਜਿਹੜਾ ਉਹ ਰਸ਼ ਆ, ਜਿਹੜਾ ਪਹਿਲਾਂ ਹੀ ਅੰਬੈਸੀ ਦੇ ਵਿੱਚ ਆਲਰੇਡੀ ਕੇਸ ਐਗਜ਼ਿਸਟ ਕਰਦੇ ਨੇ, ਪਏ ਨੇ, ਇਨ ਪ੍ਰੋਸੈਸ ਨੇ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਥੋੜ੍ਹਾ ਜਿਹਾ ਵੱਧ ਜਾਊਗਾ। ਸੋ ਪਲੀਜ਼ ਤੁਸੀਂ ਸਾਰੇ ਪੈਨਿਕ ਨਾ ਹੋਵੋ। ਜਿਹੜਾ ਇਹ ਸਮਾਂ ਇਹ ਸਾਰੀ ਦੁਨੀਆ ਦੇ ਉੱਤੇ ਆਇਆ, ਸਾਰੀ ਦੁਨੀਆ ਨੂੰ ਇੱਕ ਵਾਰੀ ਰੁਕਣਾ ਪਿਆ ਆ। ਕੁਦਰਤ ਦੀ ਇਹ
ਕਹਿ ਲਓ ਕਿ ਉਹਨਾਂ ਨੇ ਇੱਕ ਬ੍ਰੇਕ ਲਾਈ ਹੈ ਸਾਰੇ ਸਿਸਟਮ ਦੇ ਉੱਤੇ, ਜਿਹੜੀ ਕਿ ਜ਼ਰੂਰੀ ਵੀ ਸੀਗੀ। ਕਾਫੀ ਅਸੀਂ ਪ੍ਰੋਬਲਮਸ ਕ੍ਰੀਏਟ ਕਰਤੀਆਂ ਸੀ ਇਨਵਾਇਰਨਮੈਂਟ ਨੂੰ ਲੈ ਕੇ। ਸੋ ਉਹ ਕਈ ਵਾਰੀ ਕੁਦਰਤ ਆਪ ਠੀਕ ਕਰਨ ਦੇ ਵਿੱਚ ਹੰਭਲਾ ਮਾਰਦੀ ਹੈ ਜਦੋਂ ਅਸੀਂ ਨਹੀਂ ਕੋਈ ਕਦਮ ਚੁੱਕਦੇ। ਸੋ ਉਹ ਜਿਹੜੀ ਬ੍ਰੇਕ ਆ ਉਹ ਸਾਰਿਆਂ ਨੂੰ ਸਾਨੂੰ ਲੈਣੀ ਪੈਣੀ ਆ। ਆਰਾਮ ਨਾਲ ਆਪਦੇ ਘਰੇ ਬੈਠੋ, ਹਜੇ ਥੋੜ੍ਹਾ ਟਾਈਮ ਵੇਟ ਕਰੋ। ਸਾਰਾ ਕੁਝ ਜਦੋਂ ਦੁਬਾਰਾ ਨੋਰਮਲ ਹੋਊਗਾ ਉਸ ਤੋਂ ਬਾਅਦ ਆਪਦੇ ਕੀ ਕਹਿੰਦੇ ਹੁੰਦੇ ਆ, ਜੋ ਵੀ ਇਮੀਗ੍ਰੇਸ਼ਨ ਕੰਸਲਟੈਂਟ 'ਤੇ ਤੁਹਾਨੂੰ ਭਰੋਸਾ ਆ, ਤੁਹਾਨੂੰ ਠੀਕ ਲੱਗਦਾ, ਉਹਨਾਂ ਨੂੰ ਜਾ ਕੇ ਮਿਲੋ, ਮਿਲ ਕੇ ਬੈਠ ਕੇ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰਕੇ ਆਪਦੇ ਕੇਸ ਨੂੰ ਪ੍ਰੋਸੈਸ ਕਰੋ। ਔਨਲਾਈਨ ਵੀ ਨਹੀਂ ਕਦੇ ਕੋਈ ਗੱਲਾਂ ਵਾਲੀਆਂ ਇਹ ਐਵੇਂ ਕਹਿਣ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਚੀਜ਼ਾਂ ਵੀ ਅਸੀਂ ਔਨਲਾਈਨ ਪਲੇਟਫਾਰਮ ਬਣਾਤੇ। ਇਹ ਸਾਡਾ ਪ੍ਰੋਫੈਸ਼ਨ ਤਾਂ ਪਹਿਲਾਂ ਵੀ ਥੋੜ੍ਹਾ ਜਿਹਾ ਐਸਾ ਵੈਸਾ ਹੀ ਆ ਕਿ ਇਹ ਤਾਂ ਮੂਹਰੇ ਬਿਠਾ ਕੇ ਤੁਹਾਨੂੰ ਉੱਲੂ ਬਣਾ ਦਿੰਦੇ ਆ। ਪਰ ਜੇ ਤੁਸੀਂ ਔਨਲਾਈਨ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆ, ਇਹਨਾਂ ਦੇ ਤੋਂ ਕੇਸ ਪ੍ਰੋਸੈਸ ਕਰਾਉਣ ਲੱਗੇ ਨਾ, ਤੁਹਾਨੂੰ ਪਤਾ ਲੱਗੇ ਕਿ ਕਿੱਥੇ ਪਾ ਰਹੇ ਨੇ, ਕਿੱਥੇ ਤੁਹਾਡਾ ਕਾਲਜ ਆ, ਕਿਹੜਾ ਤੁਹਾਡਾ ਕੋਰਸ ਆ। ਸੋ ਬਾਕੀ ਕੰਮ ਵੀ ਇਹ ਕੋਈ ਵਧੀਆ ਤਰੀਕੇ ਨਾਲ ਨਹੀਂ ਸਿਰੇ ਚੜੂਗਾ। ਸੋ ਹਾਲੇ ਵੇਟ ਕਰੋ, ਜਿੰਨਾ ਸਮਾਂ ਹੋ ਸਕਦਾ ਵੱਧ ਤੋਂ ਵੱਧ ਸਮਾਂ ਆਪਦੇ ਘਰੇ ਰਹਿ ਕੇ ਉਡੀਕ ਕਰੋ। ਜਦੋਂ ਸਾਰਾ ਕੁਛ ਨੋਰਮਲ ਹੋਊਗਾ ਉਸ ਤੋਂ ਬਾਅਦ ਆਪਾਂ ਸਾਰੇ ਆਫਿਸ ਓਪਨ ਹੋਣਗੇ, ਮਹਾਰਾਜ ਕਿਰਪਾ ਕਰਨਗੇ, ਅਸੀਂ ਤੰਦਰੁਸਤ ਸਮਾਜ ਸਾਡਾ ਜਿਹੜਾ ਦੁਬਾਰੇ ਅਸੀਂ ਆਪਦੀ ਰੂਟੀਨ ਲਾਈਫ ਦੇ ਵਿੱਚ ਵਾਪਸ ਆਵਾਂਗੇ। ਅਤੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ। ਇੰਨਾ ਕਹਿੰਦਾ ਹਾਖਿਮਾਂ ਦਾ ਜਾਚਕਾਂ ਜੀ, ਧੰਨਵਾਦ।